ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਾਇਣ ਦਾਸ ਬੈਠਤ ਭਇਓ, ਹਾਜ਼ਰਾ ਹਜੂਰ ਜ਼ਹਰਾ ਜ਼ਹੂਰ ਸਰਬ ਸ਼ਕਤੀਮਾਨ। ਗਿਆਨ ਸਮੁੰਦਰ ਬਾਣੀ ਦੇ ਬੋਹਿਤ, ਛਤਰ ਚਵਰ ਤਖਤ ਦੇ ਮਾਲਕ, ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਨਾਲ ਜੁੜਦੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਖਾਲਸਾ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਮਨੁੱਖਾ ਜਨਮ ਦਾ ਸੁਭਾਗਾ ਸਮਾਂ ਸਫਲਾ ਬਣਾ ਰਹੇ ਹੋ, ਬਹੁਤ ਵੱਡੇ ਭਾਗ ਨੇ। ਆਓ ਪਿਆਰ ਨਾਲ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸ ਦਾ ਆਨੰਦ ਮਾਣੀਏ। ਕੱਲ੍ਹ ਆਪਨੇ ਸਰਵਣ ਕੀਤਾ ਸੀ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹਜ਼ੂਰ ਸਾਹਿਬਜ਼ਾਦਾ ਬਾਬਾ ਧੰਨ ਧੰਨ ਸਤਿਗੁਰੂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਦਲ ਭੰਜਨ ਗੁਰ ਸੂਰਮੇ ਯੋਧੇ ਸਪੁੱਤਰ, 9-9.5 ਸਾਲ ਦੀ ਅਵਸਥਾ ਹੈ, ਚੌਂਕੀ ਡੱਠੀ ਹੋਈ ਹੈ, ਸਜੇ ਹੋਏ ਨੇ ਚੰਦੂ ਦੇ ਪੁੱਤਰੀ ਦੇ ਰਿਸ਼ਤੇ ਦੀ। ਮਹਾਰਾਜ ਨੇ ਜੋ ਦਿੱਲੀੋਂ ਚਿੱਠੀ ਆਈ ਹੰਕਾਰਪਣੇ ਦੀ, ਉਸ ਨੂੰ ਵਿਚਾਰ ਕੇ ਰਹਿ ਕਰਕੇ ਜਵਾਬ ਦੇ ਦਿੱਤਾ ਕਿ ਸਾਨੂੰ ਉਸ ਹੰਕਾਰੀ ਬੰਦੇ ਦਾ ਪੁੱਤਰੀ ਦਾ ਰਿਸ਼ਤਾ ਮਨਜ਼ੂਰ ਨਹੀਂ ਹੈ, ਸਾਕ ਮਨਜ਼ੂਰ ਨਹੀਂ ਹੈ। ਸਾਰੀਆਂ ਸੰਗਤਾਂ ਚੁੱਪ ਬੈਠੀਆਂ ਸਨ। ਸਾਰਿਆਂ ਦੇ ਮਨਾਂ ਦੇ ਵਿੱਚ ਨਾਨਾ ਪ੍ਰਕਾਰ ਦੀ ਵਿਚਾਰ ਚੱਲ ਰਹੀ ਸੀ, ਪਰ ਇੰਨੇ ਨੂੰ ਡੱਲੇ ਦੇ ਰਹਿਣ ਵਾਲੇ ਸਰਦਾਰ ਸਤਿਕਾਰਯੋਗ ਨਰਾਇਣ ਦਾਸ ਜੀ ਉੱਠੇ, ਆਪਣੀ ਪੁੱਤਰੀ ਦਾ ਰਿਸ਼ਤਾ ਮਹਾਰਾਜ ਨੂੰ ਭੇਟਾ ਕੀਤਾ। ਸਾਰੀਆਂ ਸੰਗਤਾਂ ਦੇ ਵਿੱਚ ਖੁਸ਼ੀਆਂ ਦੌੜੀਆਂ। ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਨਰਾਇਣ ਦਾਸ ਜੀ ਨੇ ਅੱਗੇ ਹੋ ਕੇ ਆਪਣੀ ਪੁੱਤਰੀ ਸਾਡੇ ਸਤਿਕਾਰਯੋਗ ਸਤਿਗੁਰਾਂ ਦੇ ਵੱਡੇ ਮਹਿਲ ਮਾਤਾ ਦਮੋਦਰੀ ਜੀ, ਉਹਨਾਂ ਦਾ ਸਗਨ, ਉਹਨਾਂ ਦਾ ਟਿੱਕਾ ਲਾ ਦਿੱਤਾ। ਸਾਰੀਆਂ ਸੰਗਤਾਂ ਬੜੀਆਂ ਹੀ ਖੁਸ਼ ਨੇ ਕਿ ਜੇ ਇੱਕ ਰਿਸ਼ਤਾ ਮੋੜਿਆ ਹੈ, ਇੱਕ ਨੂੰ ਜਵਾਬ ਦਿੱਤਾ ਹੈ। ਭਰੀ ਸਭਾ ਦੇ ਵਿੱਚ ਗੁਰੂ ਕੇ ਹਜ਼ੂਰ ਸੰਗਤ ਦੇ ਵਿੱਚ ਤਾਂ ਇੱਕ ਖੁਸ਼ੀ ਦੀ ਪ੍ਰਾਪਤੀ ਹੋਰ ਹੋ ਗਈ ਹੈ ਜੋ ਰਿਸ਼ਤਾ ਹੋ ਗਿਆ। ਤਾਂ ਇਸ ਤਰ੍ਹਾਂ ਇੱਥੇ ਤੱਕ ਹੀ ਇਤਿਹਾਸ आपने कल सुनिया। ਨਰਾਇਣ ਦਾਸ ਜੀ ਸਗਨ ਕਰਕੇ ਪਿੱਛੇ ਸੰਗਤਾਂ 'ਚ ਬੈਠਦੇ ਨੇ। ਆਓ ਪਿਆਰ ਨਾਲ ਅਗਲਾ ਪ੍ਰਸੰਗ ਸਰਵਣ ਕਰਨ ਲਈ ਮਨ ਜੋੜੀਏ, ਰਸਨਾ ਪਵਿੱਤਰ ਕਰੀਏ, ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਬੈਠਤ ਭਇਓ। ਨਰਾਇਣ ਦਾਸ ਜੀ ਆਪਣੀ ਸੁਪੁੱਤਰੀ ਦਾ ਸਗਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੀ ਝੋਲੀ ਪਾ ਕੇ, ਮਸਤਕ ਨੂੰ ਟਿੱਕਾ ਲਾ ਕੇ, ਮਿੱਠਾ ਲਾ ਕੇ, ਮੁਖ ਨੂੰ ਪਿੱਛੇ ਬੈਠ ਜਾਂਦੇ ਹਨ। ਨਿਜ ਮਨ ਮੈਂ ਸੁਖ ਪਾਏ। ਮਨ ਦੇ ਵਿੱਚ ਬਾਹਲਾ ਜ਼ਿਆਦਾ ਸੁਖ ਪਾਇਆ, ਬਾਹਲੀ ਜ਼ਿਆਦਾ ਖੁਸ਼ੀ ਪ੍ਰਾਪਤ ਹੋਈ ਹੈ। ਗੁਰੂ ਘਰ ਦੇ ਨਾਲ ਸੰਬੰਧ ਜੁੜਿਆ। ਸਿੱਖ ਸਖਾ ਹਰਖਤ ਭਏ। ਸਾਰੇ ਗੁਰਸਿੱਖ
ਸੰਗਤਾਂ ਨਰੈਣ ਦਾਸ ਦੇ ਸਾਰੀਆਂ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਏ। ਹਰਖ ਨਾਮ ਆਏ। ਇਉਂ ਮਾਨੋ ਇੰਨਾ ਚਾਅ ਚੜ੍ਹਿਆ ਹੈ, ਫੁੱਲੇ ਨਹੀਂ ਸਮਾਉਂਦੇ ਖੁਸ਼ੀਆਂ ਦੇ ਵਿੱਚ। ਔਰ ਉਠਿਓ ਆਨੰਦ ਵਸ। ਇਸ ਤਰ੍ਹਾਂ ਆਨੰਦ ਦੇ ਭਰੇ ਹੋਏ ਸਾਰੀਆਂ ਸੰਗਤਾਂ ਦੇ ਵਿੱਚੋਂ ਗੁਰੂ ਦਾ ਪਿਆਰ ਲੈ ਕੇ ਇੱਕ ਗੁਰਸਿੱਖ ਹੋਰ ਉੱਠਿਆ ਹੈ। ਹਰੀ ਚੰਦ ਤਹਿ ਨਾਮ। ਜਿਨ੍ਹਾਂ ਦਾ ਨਾਮ ਹਰੀ ਚੰਦ ਜੀ ਹੈ। ਜਾਤ ਲੰਮੇ ਖੱਤਰੀ। ਇਹ ਵੀ ਖੱਤਰੀ ਸਨ, ਲੰਮੇ ਖੱਤਰੀ ਸੀ। ਸੁਖਦਪੁਰ ਰਮਦਾਸ ਜੋ ਧਾਮ। ਅਮੇਠੀ ਰਮਦਾਸ ਨਗਰ ਲਿਖਿਆ, ਪਰ ਬਾਬੇ ਬਕਾਲੇ ਦੇ ਸਨ ਹਰੀ ਚੰਦ ਜੀ। ਇਹ ਉੱਠੇ ਹਨ ਮਹਾਰਾਜ ਦੇ ਹਜ਼ੂਰ। ਹੱਥ ਜੋੜ ਬੇਨਤੀ ਕਰੇ। ਦੋਏ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ। ਹੇ ਪ੍ਰਭ ਦੀਨਾ ਨਾਥ। ਆਖਿਆ, ਹੈ ਗਰੀਬਾਂ ਦੇ ਮਾਲਕ ਸਤਿਗੁਰੂ ਜੀਓ, ਪਤਿਤ ਪਾਵਨ ਤਵ ਨਾਮ ਹੈ। ਆਪ ਜੀ ਦਾ ਨਾਮ ਹੀ ਪਤਿਤ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲਾ ਹੈ। ਸ਼ਰਣੀ ਆਇਓ ਅਨਾਥ। ਇਹ ਸਤਿਗੁਰੂ ਮਹਾਰਾਜ, ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਮੈਂ ਵੀ ਇੱਕ ਅਨਾਥ ਆਪ ਦਾ ਸਿੱਖ ਹਾਂ ਜੀ। ਚੌਪਈ ਦੋਏ ਬਰਸ ਮਮ ਪੁੱਤਰੀ ਭਈ। ਮੇਰੀ ਪੁੱਤਰੀ ਵੀ 2 ਸਾਲ ਦੀ ਹੈ। 2 ਸਾਲ ਦੀ ਮੇਰੀ ਕੰਨਿਆ ਹੈ। ਹਰ ਗੋਬਿੰਦ ਕੀ ਦਾਸੀ ਕਈ। ਮੈਂ ਵੀ ਸੱਚੇ ਪਾਤਸ਼ਾਹ ਮਨ ਦੇ ਵਿੱਚ ਇੱਛਾ ਧਾਰ ਕੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋ ਰਿਹਾ। ਮੈਂ ਵੀ ਆਪ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਜੀਆਂ ਦੀ ਦਾਸੀ ਬਣਾਉਣੀ ਚਾਹੁੰਦਾ ਹਾਂ। ਅੰਗੀਕਾਰ ਸਗਾਈ ਕੀਜੈ। ਕਿਰਪਾ ਕਰਕੇ ਮੇਰੀ ਪੁੱਤਰੀ ਦਾ ਵੀ ਰਿਸ਼ਤਾ ਮਨਜ਼ੂਰ ਕਰੋ ਜੀ। ਇਹ ਦਾਨ ਮੋਕੋ ਪ੍ਰਭ ਦੀਜੈ। ਹੇ ਸਤਿਗੁਰੂ ਜੀ, ਮੈਨੂੰ ਇਹ ਦਾਨ ਬਖਸ਼ ਦਿਓ, ਮੇਰੇ ਤੇ ਕਿਰਪਾ ਕਰ ਦਿਓ। ਗੁਰੂ ਅਰਜਨ ਤਹਿ ਧੀਰ ਧਰਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹੌਸਲਾ ਦਿੰਦੇ ਹਨ। ਗਨਕ ਸ਼ਗਨ ਝੋਲੀ ਮੈਂ ਪਾਇਓ। ਮਹਾਰਾਜ ਜੀ ਦਾ ਇਸ਼ਾਰਾ ਹੋ ਗਿਆ, ਹੁਕਮ ਹੋ ਗਿਆ। ਤਾਂ ਉਸ ਸਮੇਂ ਸਿੰਘਾਂ ਪ੍ਰੋਤ ਜੀਆਂ ਵੱਲੋਂ ਜੋ ਆਗੂ ਹੋ ਕੇ ਸਾਰੀ ਕਰਾ ਰਹੇ ਸੀ ਰਸਮ, ਇਸ ਤਰ੍ਹਾਂ ਫਿਰ ਹਰੀ ਚੰਦ ਜੀਆਂ ਦੀ ਸਪੁੱਤਰੀ ਦਾ ਵੀ ਰਿਸ਼ਤਾ ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਹੋਇਆ। ਹਰੀ ਚੰਦ ਤਿਲਕ ਭਾਲ ਮਦ ਕੀਨਾ। ਹਰੀ ਚੰਦ ਜੀਆਂ ਨੇ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਸਤਕ ਦੇ ਵਿੱਚ ਆਪਣੀ ਪੁੱਤਰੀ ਦਾ ਸਗਨ ਲਾਉਂਦੇ ਹੋਏ ਟਿੱਕਾ ਲਾ ਦਿੱਤਾ, ਮੁਖ ਨੂੰ ਮਿੱਠਾ ਲਾਇਆ। ਅਤੇ ਆਨੰਦ ਨਿਜ ਮਨ ਮੈਂ ਲੀਨਾ। ਤੇ ਮਨ ਦੇ ਵਿੱਚ ਬਾਹਲਾ ਜ਼ਿਆਦਾ ਆਨੰਦ ਲਿਆ ਛੁਹਾਰਾ ਲਾ ਕੇ। ਏਕ ਛੋੜ ਭਈ 2 ਸਗਾਈ। ਹੁਣ ਕਿੱਥੇ ਇੱਕ ਨੂੰ ਜਵਾਬ ਦਿੱਤਾ ਸੀ ਚੰਦੂ ਦੀ ਪੁੱਤਰੀ ਨੂੰ, ਪਰ ਗੁਰੂ ਘਰ ਦੀ ਇਹੀ ਮਹਿਮਾ ਹੈ, ਅਪਰੇ ਅਪਾਰ ਹੈ। 2 ਸੰਗਾਈਆਂ ਹੋਈਆਂ, 2 ਰਿਸ਼ਤੇ ਹੋਏ। ਨਾਈ ਵਿਪਰੈ ਅਤ ਦੁਖ ਪਾਈ। ਇਹ ਜਿਹੜਾ ਬ੍ਰਾਹਮਣ ਤੇ ਲਾਗੀ ਆਇਆ ਹੋਇਆ ਸੀ ਚੰਦੂ ਦਾ ਭੇਜਿਆ, ਉਹ ਬਹੁਤ ਜ਼ਿਆਦਾ ਦੁਖੀ ਹਨ। ਹੋਰ ਸਬੈ ਨਰ ਹਰਖਤ ਭਏ। ਹੋਰ ਬਾਕੀ ਸਾਰੀਆਂ ਸੰਗਤਾਂ ਖੁਸ਼ ਨੇ, ਚਾਅ ਚੜਿਆ ਹੋਇਆ ਹੈ। ਜਿਉ ਦਰਬ ਚੰਨ ਜਨ ਘਰ ਮੈਂ ਆਏ। ਇਉਂ ਮਾਨੋ ਬਹੁਤ ਜ਼ਿਆਦਾ ਗਿਆ ਹੋਇਆ ਧਨ ਦੌਲਤ ਘਰ ਵਿੱਚ ਆ ਗਿਆ ਹੋਵੇ, ਕਿਉਂਕਿ ਜਵਾਬ ਦੇ ਦਿੱਤਾ ਸੀ ਰਿਸ਼ਤੇ ਦਾ। ਪਰ ਉਸ ਸਮੇਂ ਗੁਰਸਿੱਖਾਂ ਵੱਲੋਂ ਰਿਸ਼ਤੇ ਹੋਏ, ਗਈ ਹੋਈ ਵਸਤੂ ਵਾਪਸ ਆ ਗਈ ਹੋਵੇ। ਵਿਪਰ ਬੰਦ ਗੁਰ ਆਗਿਆ ਪਾਏ। ਕਿਉਂ ਗੁਰੂ ਘਰ ਦੇ ਵਿੱਚ ਤਾਂ ਬਹੁਤ ਖੁਸ਼ੀਆਂ ਰੌਣਕਾਂ ਹੋਈਆਂ। ਫਿਰ ਉਸ ਸਮੇਂ ਸਾਰੀਆਂ ਸੰਗਤਾਂ ਬੈਠੀਆਂ ਸੀ, ਹਰਗੋਬਿੰਦ ਸਾਹਿਬ ਮਹਾਰਾਜ ਚੌਂਕੀ 'ਤੇ ਸਨ। ਤਾਂ ਇਸ ਸਮੇਂ ਫਿਰ ਸਿੰਘਾਂ ਪ੍ਰੋਤ ਬ੍ਰਾਹਮਣ ਨੇ ਹਰਗੋਬਿੰਦ ਜੀ ਉਠ ਹਰ ਖਾਏ। ਸਤਿਗੁਰੂ ਮਹਾਰਾਜ ਜੀਆਂ ਨੂੰ ਬੇਨਤੀ ਕੀਤੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ, ਕਿ ਆਪ ਆਗਿਆ ਦਿਓ ਹਰਗੋਬਿੰਦ ਸਾਹਿਬ ਜੀ ਫਿਰ ਮਾਤਾ ਜੀਆਂ ਨੂੰ ਮਿਲ ਕੇ ਆਉਣ। ਜਾਏ ਮਾਤ ਕੇ ਚਰਨੀ ਲਾਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਠੇ ਹਨ ਚੌਂਕੀ ਤੋਂ। ਸਤਿਕਾਰਯੋਗ ਮਾਤਾ ਗੰਗਾ ਜੀਆਂ ਨੂੰ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਕਰਿਓ ਆਨੰਦ ਮਾਤ ਰਸ ਪਾਗੇ। ਮਾਤਾ ਜੀ ਆਨੰਦ ਦੇ ਭਰੇ ਹੋਏ ਬਹੁਤ ਜ਼ਿਆਦਾ ਪਿਆਰ ਦਿੱਤਾ, ਪਿਆਰ ਕੀਤਾ। ਸੋਰਠਾ ਆਨੰਦ ਵਸ ਭਈ ਮਾਤ। ਮਾਤਾ ਜੀ ਇੰਨੇ ਆਨੰਦ ਵਿੱਚ ਹਨ, ਖੁਸ਼ੀਆਂ ਵਿੱਚ ਹਨ। ਮਾਤਾ ਗੰਗਾ ਜੀ ਗਦ ਗਦ ਸਵਰ ਬੋਲਤ ਭਈ। ਬਾਣੀ ਗਦ ਗਦ ਹੋ ਗਈ ਹੈ, ਭਾਵ ਕੇ ਭਰਿਆ ਆ ਗਲਾ ਪਿਆਰ ਦੇ ਆਉਣ ਨਾਲ। ਚਿਰ ਜੀਵੋ ਮੋਹਿ ਤਾਤ।
ਅਸ਼ੀਰਵਾਦ ਦਿੰਦੇ ਨੇ ਪੁੱਤਰ ਸਦੀਵ ਕਾਲ ਜਿਉਂਦਾ ਰਹੋ। ਸਦਾ ਹਰਖ ਤੁਮ ਚਿਤ ਰਖੋ। ਸਦਾ ਹੀ ਤੁਹਾਡੇ ਚਿੱਤ ਵਿੱਚ ਖੁਸ਼ੀਆਂ ਬਣੀਆਂ ਰਹਿਣ। ਦੋਹਰਾ ਮਿਲੇ ਅਬਲਾ ਸਭ ਤੈ ਸਮੈ। ਉਸ ਸਮੇਂ ਹੋਰ ਵੀ ਜਿੰਨੀਆਂ ਸੁਆਣੀਆਂ ਗੁਰਸਿੱਖਣੀਆਂ ਗੁਰੂ ਘਰ ਦੇ ਵਿੱਚ ਸਨ ਸਾਰੀਆਂ ਨੂੰ ਮਹਾਰਾਜ ਜੀ ਮਿਲਦੇ ਹਨ। ਦਈ ਵਧਾਈ ਆਏ। ਫਿਰ ਸਾਰੀਆਂ ਬੀਬੀਆਂ ਨੇ ਮੈਣ ਭਾਵ ਕੇ ਮਾਈਆਂ ਨੇ ਮਾਤਾ ਜੀਆਂ ਨੂੰ ਵਧਾਈਆਂ ਦਿੱਤੀਆਂ। ਹਰ ਗੋਬਿੰਦ ਬਪ ਦੇਖ ਕੈ। ਹਰਗੋਬਿੰਦ ਸਾਹਿਬ ਮਹਾਰਾਜ ਐਦਾ ਸੁੰਦਰ ਸਰੂਪ ਸੀ ਜਿਹੜਾ ਸਤਿਗੁਰੂ ਪਾਤਸ਼ਾਹ ਸਜੇ ਹੋਏ ਸਨ ਦੇਖ ਕਰਕੇ ਤੱਕ ਕੇ ਲੋਚਨ ਤ੍ਰਿਪਤ ਨ ਪਾਏ। ਕਵੀ ਜੀ ਦਰਸਾ ਰਹੇ ਨੇ ਕਿ ਉਹ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਤੱਕ ਰਹੇ ਸਨ ਚਕੋਰਾਂ ਦੀ ਨਿਆਈ ਤੇ ਤੱਕਦਿਆਂ ਹੋਇਆਂ ਨੇਤਰ ਰੱਜਦੇ ਨਹੀਂ ਸਨ, ਇੰਨੇ ਸੋਹਣੇ ਲੱਗਦੇ ਨੇ। ਹਰ ਗੋਬਿੰਦ ਆਵਤ ਭਏ। ਮਹਾਰਾਜ ਜੀ ਫਿਰ ਉਹ ਮਾਤਾ ਜੀਆਂ ਨੂੰ ਨਮਸਕਾਰ ਕਰਕੇ ਆਸ਼ੀਰਵਾਦ ਲੈ ਕੇ ਫਿਰ ਮੁੜਾਏ ਹਨ ਸਤਿਗੁਰਾਂ ਦੀ ਹਜ਼ੂਰੀ। ਦੀਵਾਨ ਮਦ ਸੁਖ ਪਾਮਾਨ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਵਾਨ ਦੇ ਵਿੱਚ ਸਜੇ ਹੋਏ ਸਨ। ਦੀਵਾਨ ਦੇ ਵਿੱਚ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਤਿਗੁਰਾਂ ਦੇ ਹਜ਼ੂਰੀ। ਗੁਰੂ ਅਰਜਨ ਕੇ ਨਿਕਟ ਹੀ। ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਕਿਰਪਾ ਨਿਧਾਨ। ਕਿਰਪਾ ਨਿਧਾਨ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਵੀ ਸਤਿਗੁਰੂ ਪਾਤਸ਼ਾਹ ਦੇ ਕੋਲ ਬੈਠ ਜਾਂਦੇ ਨੇ ਗੁਰੂ ਪਿਤਾ ਜੀਆਂ ਦੇ ਹਜ਼ੂਰੀ 'ਚ। ਚੌਪਈ ਪਤਾਸੇ ਮਿਸਰੀ ਗਰੀ ਅਨੰਤਾ। ਪਤਾਸੀ ਮਿਸਰੀ ਗਿਰੀਆਂ ਅਨੰਤ ਬਹੁਤ ਜ਼ਿਆਦੇ ਆ ਜਾਂਦੇ ਨੇ। ਬਦਾਮ ਛੁਹਾਰੇ ਪਰੇ ਨ ਅੰਤਾ। ਬਦਾਮ ਤੇ ਛੁਹਾਰਿਆਂ ਦਾ ਕੋਈ ਅਨੰਤ ਅੰਤ ਨਹੀਂ ਹੈ। ਛਪੂਰ ਦੀਨੋ ਵਰਤਾਈ। ਬਹੁਤ ਜ਼ਿਆਦੇ ਖੁੱਲੇ ਵਰਤਾਏ ਛਪੂਰ ਇਉਂ ਮਾਨੋ ਵੀ ਜਿੰਨੇ ਜਿੰਨੇ ਕੋਈ ਛਕ ਸਕਦਾ ਸੀ। ਅੱਜ ਤਾਂ ਸਾਤੋਂ ਖਾਧਾ ਹੀ ਨਹੀਂ ਜਾਂਦਾ ਕੁਛ। ਉਹਨਾਂ ਸਮਿਆਂ ਦੇ ਬਹੁਤ ਜ਼ਿਆਦੇ ਵਧੀਆ ਮਿੱਠੇ ਮੇਵੇ ਹੁੰਦੇ ਰੱਜ ਰੱਜ ਕੇ ਛਕਦੇ ਹਨ। ਭਈ ਭੀਰ ਤੈ ਠਾਂ ਅਧਿਕਾਈ। ਬਾਹਲੀ ਜ਼ਿਆਦੇ ਭੀੜ ਹੋਈ ਵੀ ਹੈ ਉਂਜਲ ਭਰ ਭਰ ਕੇ ਸਾਰਿਆਂ ਨੂੰ ਵਰਤਾਏ ਖੁੱਲੇ ਗੱਫੇ ਵਰਤੇ। ਸ੍ਰੀ ਗੁਰੂ ਲਾਗ ਸਭਨ ਕੋ ਦੀਨੇ। ਸਤਿਗੁਰੂ ਮਹਾਰਾਜ ਜੀਆਂ ਨੇ ਸਾਰਿਆਂ ਨੂੰ ਲਾਗ ਦਿੱਤਾ ਗੁਰੂ ਘਰ ਦੀਆਂ ਬਖਸ਼ਿਸ਼ਾਂ ਵਰਤਾਈਆਂ। ਦਾਨ ਮਾਨ ਕਰ ਪੂਰਨ ਕੀਨੇ। ਸਾਰਿਆਂ ਦਾ ਮਾਣ ਕੀਤਾ ਦਾਨ ਦਿੱਤਾ ਸਤਿਕਾਰ ਕੀਤਾ ਸਾਰਿਆਂ ਦਾ। ਬਾਜੇ ਬਚਤ ਅਨੇਕ ਪ੍ਰਕਾਰਾ। ਨਾਨਾ ਪ੍ਰਕਾਰ ਦੇ ਬਾਜੇ ਗਾਜੇ ਵੱਜ ਰਹੇ ਨੇ ਨਗਾਰੇ ਵੱਜਦੇ ਨੇ। ਮਾਨੋ ਚੱਲੀ ਆਨੰਦ ਕੀ ਧਾਰਾ। ਇਉਂ ਮਾਨੋ ਆਨੰਦ ਦੀਆਂ ਧਾਰਾਂ ਵਹਿ ਰਹੀਆਂ ਹਨ ਖੁਸ਼ੀਆਂ ਵਗ ਰਹੀਆਂ ਨੇ। ਦਾਸ ਨਾਰਾਇਣ ਬਿਨਤੇ ਉਚਾਰੀ। ਨਾਰਾਇਣ ਦਾਸ ਜੀਆਂ ਨੇ ਫਿਰ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਹੇ ਪ੍ਰਭ ਕਿਰਪਾ ਸਿੰਧ ਅਵਤਾਰੀ। ਬੇਨਤੀ ਕੀਤੀ ਹੈ ਕਿਰਪਾ ਦੇ ਸਮੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਸਾਹਾ ਅਬੈ ਸ਼ਤਾਬੀ ਲੀਜੈ। ਵੀ ਜਿਹੜਾ ਸਾਹਾ ਹੈ ਪੁੱਤਰੀ ਦਾ ਹੁਣ ਕਾਰਜ ਸਗਨ ਲੱਗ ਚੁੱਕਿਆ ਹੈ ਵੀ ਹੁਣ ਸਾਹੇ ਦੀ ਵੀ ਕਿਰਪਾ ਕਰੋ ਜੀ। ਕਛੂ ਕਾਜ ਮੈਂ ਬਿਲਮ ਨ ਕੀਜੈ। ਇਸ ਕਾਰਜ ਦੇ ਵਿੱਚ ਕੋਈ ਬਿਲਮ ਨਾ ਕਰੋ ਦੇਰੀ ਨਾ ਹੋਵੇ ਜੀ। ਦੋਹਰਾ ਸਾਹਾ ਸੁਭ ਪ੍ਰਭ ਜੀ ਸੁਨੋ। ਸਤਿਗੁਰੂ ਪਾਤਸ਼ਾਹ ਜੀਆਂ ਨੂੰ ਬੇਨਤੀ ਕੀਤੀ ਕਿ ਸਾਹੇ ਦਾ ਸਮਾਂ ਬੰਨ੍ਹਿਆ ਜਾਵੇ ਰੱਖਿਆ ਜਾਵੇ। ਸਤਿਗੁਰੂ ਪਾਤਸ਼ਾਹ ਗੁਰਸਿੱਖਾਂ ਨਾਲ ਵਿਚਾਰ ਕਰਦੇ ਹਨ। ਵਿਚਾਰ ਕਰਕੇ ਫਿਰ ਇਸ ਤਰ੍ਹਾਂ ਦੱਸ ਰਹੇ ਨੇ। ਮਾਘ ਦਿਵਸ ਗ੍ਰਹਿ ਪਾਏ। ਵੀ ਅੱਗੇ ਮਾਘ ਆ ਰਿਹਾ ਹੈ। 9 ਮਾਘ ਬਹੁਤ ਵਧੀਆ ਦਿਨ ਹੈ। ਦੋਏ ਮਾਸ ਅਬ ਬੀਚ ਹੈ। ਵੀ ਅਜੇ 2 ਮਹੀਨੇ ਵਿੱਚ ਹਨ। ਸੁਣਤ ਸਬੈ ਹਰ ਖਾਏ। ਸਾਰੇ ਸੁਣ ਕਰਕੇ ਬੜੇ ਖੁਸ਼ ਹੋਏ। ਨਾਰਾਇਣ ਦਾਸ ਮਾਨਤ ਭਇਓ। ਨਾਰਾਇਣ ਦਾਸ ਜੀ ਕਹਿਣ ਲੱਗੇ ਠੀਕ ਹੈ ਸੱਚੇ ਪਾਤਸ਼ਾਹ ਜੋ ਆਪ ਨੇ ਹੁਕਮ ਕੀਤਾ ਹੈ। ਸ੍ਰੀ ਗੁਰੂ ਭਲੀ ਉਚਾਰ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਾਗਰ ਇਉਂ ਕਹਿ ਰਹੇ ਨੇ ਕਿ ਮਾਘ ਦਾ ਮਹੀਨਾ ਬਹੁਤ ਵਧੀਆ ਠੀਕ ਹੈ। ਤਾਂ ਉਸ ਸਮੇਂ ਸਾਈਂ ਦਾਸ ਜੀ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਜੋ ਆਪ ਨੇ ਵਿਚਾਰ ਕੇ ਦੱਸਿਆ ਬਹੁਤ ਵਧੀਆ ਗੱਲ ਹੈ ਭਲੀ ਗੱਲ ਹੈ। ਸਿੱਖ ਸੰਗਤ ਹਰਖਤ ਭਏ। ਸਾਰੀਆਂ ਸਿੱਖ ਸੰਗਤਾਂ ਵੀ ਸੁਣ ਕਰਕੇ ਬੜੀਆਂ ਖੁਸ਼ ਹੋਈਆਂ ਬੜੀਆਂ ਆਨੰਦ ਹੋਈਆਂ ਨੇ। ਨਾਰੀ ਹਰਖ ਅਪਾਰ। ਉਸ ਸਮੇਂ ਉਹ ਮਾਨੋ ਅਪਾਰ ਪਾਰਾਵਾਰ ਤੋਂ ਰਹਿਤ ਖੁਸ਼ੀਆਂ ਚੜ੍ਹ ਗਈਆਂ। ਸਾਰਿਆਂ ਦੇ ਮਨ ਦੇ ਵਿੱਚ ਚਾਹ ਹੈ। ਚੌਪਈ ਗੁਰੂ ਅਰਜਨ ਮਨ ਇਹੋ ਵਿਚਾਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਚਾਰਦੇ ਨੇ ਮਨ ਦੇ ਵਿੱਚ। ਨਾਈ ਵਿਪਿਓ ਖੇਦ ਅਪਾਰਾ। ਕਿਉਂਕਿ ਜਿਹੜੇ ਚੰਦੂ ਦੇ ਭੇਜੇ ਹੋਏ ਲਾਗੀ ਸਨ ਬ੍ਰਾਹਮਣ ਤੇ ਨਾਈ ਉਹਨਾਂ ਨੂੰ ਬੜਾ ਦੁੱਖ ਹੋਇਆ ਹੈ। ਮੰਗਲ ਸਮੇਂ ਖੇਦ ਨਹਿ ਚਈਐ। ਵੀ ਇਹ ਹੁਣ ਖੁਸ਼ੀਆਂ ਦਾ ਸਮਾਂ ਇਸ ਸਮੇਂ ਖੇਦ ਨਾਮ ਦੁੱਖ ਦਾ ਹੈ।
ਵੀ ਦੁੱਖ ਨਹੀਂ ਹੋਣਾ ਚਾਹੀਦਾ। ਕਛੂ ਦਰਬ ਇਨ ਕੋ ਭੀ ਵੀ ਦਈਏ। ਇਹਨਾਂ ਨੂੰ ਵੀ ਕੁਛ ਨੂੰ ਕੁਛ ਧਨ ਦੇ ਦਈਏ, ਇਹਨਾਂ ਦਾ ਵੀ ਮਾਨ ਸਨਮਾਨ ਕਰੀਏ। ਜਿਉ ਦਰਬ ਗੁਰ ਤਿਨੈ ਨ ਲੀਨਾ। ਸਤਿਗੁਰੂ ਮਹਾਰਾਜ ਨੇ ਗੁਰਸਿੱਖਾਂ ਦੇ ਰਾਹੀਂ ਆਖਿਆ ਕਿ ਇਹਨਾਂ ਦਾ ਵੀ ਸਤਿਕਾਰ ਕਰੋ, ਪਰ ਉਹਨਾਂ ਨੇ ਲਿਆ ਨਹੀਂ ਕੁਛ ਵੀ। ਚਿੰਤਾ ਤੁਰ ਹੋਏ ਪਿਆਨਾ ਕੀਨਾ। ਪਰ ਚਿੰਤਾ ਦੇ ਵਿੱਚ ਡੁੱਬਿਆ ਨੇ ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਵਾਪਸ ਮੁੜ ਜਾਣਾ ਕੀਤਾ। ਦਿੱਲੀ ਕੋ ਸੋ ਜਾਵਤ ਭਏ। ਦਿੱਲੀ ਨੂੰ ਜਾ ਰਹੇ ਨੇ ਮੁੜੇ ਵਾਪਸ। ਸ੍ਰੀ ਗੁਰ ਸਭ ਹੀ ਰੁਖਸਤ ਕਏ। ਸਤਿਗੁਰੂ ਮਹਾਰਾਜ ਜੀ ਨੇ ਵੀ ਰੁਖਸਤ ਕਰ ਦਿੱਤੇ, ਵਿਦਾ ਕਰ ਦਿੱਤੇ। ਬਾਕੀ ਸੰਗਤਾਂ ਵੀ ਜਿਹੜੇ ਸੱਦੇ ਹੋਏ ਸੀ ਨਗਰ ਨਿਵਾਸੀ, ਉਹ ਵੀ ਚਲੇ ਗਏ। ਨਾਰਾਇਣ ਦਾਸ ਗੁਰ ਆਗਿਆ ਪਾਏ। ਨਾਰਾਇਣ ਦਾਸ ਵੀ ਸਤਿਗੁਰੂ ਮਹਾਰਾਜ ਜੀ ਤੋਂ ਆਗਿਆ ਪਾ ਕੇ ਹੁਕਮ ਲੈ ਕੇ ਡੱਲੇ ਤਰਫ ਪਿਆਨਾ ਕਰਾਏ। ਆਪਣੇ ਨਗਰ ਡੱਲੇ ਨੂੰ ਚਲਿਆ ਗਿਆ ਹੈ। ਜਾਏ ਕੁਟੰਬ ਕੋ ਬਾਤ ਸੁਣਾਈ। ਜਾ ਕੇ ਡੱਲੇ ਨਗਰ ਪਹੁੰਚ ਕੇ ਸਾਰੇ ਪਰਿਵਾਰਾਂ ਨੂੰ ਦੱਸਿਆ, ਆਪਣੇ ਸੰਬੰਧੀਆਂ ਨੂੰ। ਸਭੇ ਹਰਖ ਅਤ ਆਨੰਦ ਪਾਈ। ਸਾਰੇ ਬੜੇ ਜ਼ਿਆਦੇ ਖੁਸ਼ ਹੋ ਜਾਂਦੇ ਨੇ, ਬੜੇ ਆਨੰਦ ਚ ਚਾਅ ਨਹੀਂ, ਕਹਿੰਦੇ ਹੈ ਤਾਂ ਬਾਹਲੀ ਵਧੀਆ ਗੱਲ ਬਣ ਗਈ, ਗੁਰੂ ਘਰ ਦੇ ਨਾਲ ਭਾਵ ਕੀ ਨਾਤਾ ਜੁੜਿਆ ਹੈ। ਦੋਹਰਾ ਗੁਰ ਅਰਜਨ ਸੁਖ ਪਾਏ ਕੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁੱਖਾਂ ਦੇ ਦਾਤੇ। ਮਹਾਦੇਵ ਲੈ ਸਾਥ। ਕੀ ਕਰਦੇ ਨੇ ਮਹਾਦੇਵ ਆਪਣੇ ਵੱਡੇ ਭਰਾ ਨੂੰ ਨਾਲ ਲਿਆ। ਹਰਗੋਬਿੰਦ ਤਹਿ ਮਾਤ ਕੋ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਾਤਾ, ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ, ਉਹਨਾਂ ਨੂੰ ਵੀ ਸਤਿਗੁਰੂ ਮਹਾਰਾਜ ਨਾਲ ਲੈ ਲੈਂਦੇ ਨੇ ਪਰਿਵਾਰ ਨੂੰ। ਕੋ ਸੰਗ ਲੈ ਦੀਨਾਨਾਥ। ਦੀਨਾਨਾਥ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨਾਲ ਨੇ, ਹੋਰ ਸੰਗਤਾਂ ਵੀ ਸਾਰੀਆਂ ਨਾਲ ਲੈ ਕੇ ਸ੍ਰੀ ਦਰਬਾਰ ਦਰਸ਼ਨ ਚਲੇ। ਹੁਣ ਹਰਿਮੰਦਰ ਸਾਹਿਬ ਜੀ ਦਰਬਾਰ ਸਾਹਿਬ ਜਾ ਰਹੇ ਨੇ। ਕੜਾ ਪ੍ਰਸਾਦ ਅਰਦਾਸ। ਹੁਕਮ ਕੀਤਾ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਓ ਬਣਾ ਕੇ। ਦੇਗ ਪਹੁੰਚ ਜਾਂਦੀ ਹੈ, ਫਿਰ ਅਰਦਾਸ ਕਰਦੇ ਨੇ। ਅਤਿਤ ਦਾਨ ਕਰਤੇ ਚਲੈ। ਇਸ ਤਰ੍ਹਾਂ ਜਾਂਦੇ ਹੋਏ ਅਤਿਥ ਜਿਹੜਾ ਕੋਈ ਗਰੀਬ ਮਿਲਦਾ ਉਹਨੂੰ ਦਾਨ ਦਿੰਦੇ ਜਾ ਰਹੇ ਨੇ, ਬਖਸ਼ਿਸ਼ ਕਰਦੇ ਜਾ ਰਹੇ ਨੇ। ਮਨ ਮੈਂ ਅਧਿਕ ਹੁਲਾਸ। ਮਨ ਦੇ ਵਿੱਚ ਬੜਾ ਹੀ ਚਾਅ ਹੈ, ਖੁਸ਼ੀ ਹੈ। ਚੌਪਾਈ ਭਈ ਭੀੜ ਸ੍ਰੀ ਗੁਰ ਸੰਗ ਭਾਰੀ। ਸਤਿਗੁਰੂ ਮਹਾਰਾਜ ਦੇ ਨਾਲ ਬਹੁਤ ਜ਼ਿਆਦਾ ਸੰਗਤਾਂ ਦੀ ਭਾਰੀ ਭੀੜ ਹੈ। ਆਨੰਦ ਪੁਲਕ ਸਭੈ ਨਰ ਨਾਰੀ। ਜਿੰਨੇ ਵੀ ਨੇ ਸਾਰੇ ਆਨੰਦ ਦੇ ਵਿੱਚ ਫੁੱਲੇ ਨਹੀਂ ਸਮਾਉਂਦੇ, ਰੋਮ ਰੋਮ ਖੁਸ਼ੀਆਂ ਦੇ ਭਰੇ ਪਏ ਨੇ। ਇਹ ਵਿਦ ਪਹੁੰਚੇ ਸ੍ਰੀ ਦਰਬਾਰਾ। ਕਿਉਂ ਮਹਾਰਾਜ ਸਾਰੀਆਂ ਸੰਗਤਾਂ ਨੂੰ ਲੈ ਕੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵਿੱਚ ਪ੍ਰਵੇਸ਼ ਕੀਤਾ ਹੈ। ਭੇਟ ਪ੍ਰਸਾਦ ਸੋ ਆਗੇ ਧਾਰਾ। ਦੇਗ ਰੱਖੀ ਹੈ, ਪਹਿਲਾਂ ਹੀ ਤਿਆਰ ਸੀ। ਕਰ ਬੰਧਨ ਪਰ ਕਰਮਾ ਕੀਨੀ। ਭੇਟਾ ਕੀਤੀ, ਅਰਦਾਸ ਕੀਤੀ, ਅਰਦਾਸ ਕਰਕੇ ਚਾਰ ਪਾਤਸ਼ਾਹੀਆਂ ਦੇ ਨਾਮ ਲੈ ਕੇ ਪਰਿਕਰਮਾ ਕੀਤੀ ਹਰਿਮੰਦਰ ਸਾਹਿਬ ਜੀਆਂ ਦੀ। ਸ੍ਰੀ ਗੁਰ ਅਰਜਨ ਹੋਏ ਅਧੀਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਨਿਮਰਤਾ ਸਹਿਤ ਅਰਦਾਸ ਕੀਤੀ ਹੈ। ਗੁਰੂ ਗ੍ਰੰਥ ਕੀ ਕੋਠੀ ਆਏ। ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਖੰਡ ਜਿੱਥੇ ਬਿਰਾਜਮਾਨ ਹੁੰਦੇ ਸੀ ਉਸ ਸਥਾਨ ਤੇ ਵੀ ਆਏ। ਹਾਥ ਜੋਰ ਸਭ ਸੀਸ ਨਿਵਾਏ। ਸਾਰਿਆਂ ਨੇ ਅੱਗੇ ਇੱਥੇ ਵੀ ਨਮਸਕਾਰ ਕੀਤੀ, ਮੱਥਾ ਟੇਕਿਆ। ਸ੍ਰੀ ਗੁਰ ਅਰਜਨ ਆਪ ਤਹਿ ਰਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਉੱਥੇ ਵਿਰਾਜਮਾਨ ਹੋਏ। ਸਭ ਕੁਟੰਬ ਕੋ ਧਾਮ ਸਦਏ। ਸਾਰੀਆਂ ਬਾਕੀ ਸੰਗਤਾਂ ਆਪੋ ਆਪਣੇ ਘਰਾਂ ਨੂੰ ਗਈਆਂ ਆਗਿਆ ਲੈ ਕੇ। ਇਹ ਕਈ ਪੂਰ ਕਥਾ ਸੁਖਦਾਈ। ਇਉਂ ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ ਜੀ ਦੇ ਸਗਨ ਦੀ ਇਹ ਕਥਾ ਸੀ ਸੰਪੂਰਨ ਹੋਈ। ਦਿੱਲੀ ਗਾਥ ਸੁਨੋ ਮਨ ਲਾਈ। ਹੁਣ ਦਿੱਲੀ ਦੀ ਗੱਲ ਵੀ ਅਗਲੀ ਕਥਾ ਸੁਣੋ। ਦਿਜਨਾਈ ਜਬ ਦਿੱਲੀ ਗਏ। ਇਹ ਬ੍ਰਾਹਮਣ ਤੇ ਲਾਗੀ ਜਦੋਂ ਦਿੱਲੀ ਪਹੁੰਚ ਗਏ ਦੋਏ ਜਣੇ। ਤਤਸ਼ਨ ਚੰਦੂ ਸਨਮੁਖ ਭਏ। ਚੰਦੂ ਦੇ ਕੋਲ ਪਹੁੰਚੇ ਨੇ ਤਤਸ਼ਨ ਬੜੀ ਜਲਦੀ ਦੇ ਨਾਲ। ਮੁਖ ਕਮਲਾਨੇ ਦ੍ਰਿਸ਼ਟੀ ਪਏ। ਜਿਨ੍ਹਾਂ ਦੇ ਮੂੰਹ ਪੀੜੇ ਹੋਏ ਪਏ ਸੀ, ਕਮਲਾਏ ਪਏ ਸਨ। ਬਨ ਮੈਂ ਮਨੋ ਲੂਟ ਕਿਨ ਲਏ। ਇਉਂ ਮਾਨੋ ਜਿਵੇਂ ਰਾਹ ਆਉਂਦੇ ਕਿਸੇ ਨੇ ਲੁੱਟ ਲਏ ਹੋਣ। ਦੋਹਰਾ ਚੰਦੂ ਤਬ ਪੁੱਛਤ ਭਇਓ। ਜਦੋਂ ਚੰਦੂ ਨੂੰ ਮਿਲੇ ਹੁਣ ਚੰਦੂ ਪੁੱਛਦਾ ਹੈ ਕਿਮ ਭਏ ਮੁਖੋਂ ਮਲੀਨ। ਦੇਖਦਾ ਕਿ ਮਨ ਤੇ ਖੁਸ਼ੀ ਨਹੀਂ ਹੈ ਤਾਂ ਮੁਰਝਾਏ ਮੂੰਹ ਨਾਲ ਆ ਗਏ। ਕਹਿੰਦਾ ਕੀ ਗੱਲ ਹੈ, ਕਿਉਂ ਇਸ ਤਰ੍ਹਾਂ ਆਏ ਹੋ? ਸਤ ਬਾਤ ਤਤ ਛਿਨ ਕਹੋ। ਤਤ ਛਿਨ ਦੱਸੋ, ਸੱਚੀ ਸੱਚੀ ਗੱਲ ਸੁਣਾਓ। ਸਗਾਈ ਕੀਨ ਨ ਕੀਨ। ਤੁਸੀਂ ਸਗਨ ਕਰ ਆਏ ਕਿ ਨਹੀਂ ਕਰ ਆਏ? ਤਿਨੇ ਕਹਾ ਤੁਮ ਗਰਭ ਜੁਤ। ਫਿਰ ਇਹ ਦੱਸਦੇ ਨੇ ਵੀ ਤੁਸਾਂ ਨੇ ਜਿਹੜਾ ਹੰਕਾਰ ਕੀਤਾ, ਕੀਨੋ ਮੁਖੋਂ ਉਚਾਰ। ਤੁਸੀਂ ਨੇ ਬੋਲ ਦਿੱਤਾ ਸੀ ਆਪਣੇ ਮੂੰਹੋਂ। ਹੁਣ ਮੋਰੀ ਨਿਜ
ਨਿਜ ਊਚ ਕਹਾ। ਕਿਉਂਕਿ ਉਹਨਾਂ ਨੂੰ ਮੋਰੀ ਕਿਹਾ, ਆਪਣੇ ਆਪ ਨੂੰ ਉੱਚਾ ਬਣਿਆ। ਵੈ ਸਭ ਜਾਣਨ ਹਾਰ। ਉਹ ਜਾਣਨਹਾਰ ਹਨ ਸਾਰਿਆਂ ਦੇ ਦਿਲਾਂ ਦੀ। ਚੌਪਾਈ ਬਿਪਰ ਬੂਝ ਸਭ ਸਮਾ ਕਢਾਏ। ਇਸ ਤਰ੍ਹਾਂ ਭਾਵ ਕਿ ਸਾਰੀ ਤਿਆਰੀ ਹੋ ਚੁੱਕੀ ਸੀ ਸਗਨ ਲਾਉਣ ਦੀ। ਦੁੱਲੋ ਪਟੜੀ ਚਰਨ ਧਰਾਏ। ਲਾੜਾ ਵੀ ਬਿਠਾ ਦਿੱਤਾ ਸੀ ਪਟੜੀ ਦੇ ਉੱਤੇ। ਤਬ ਲੋ ਪਾਤੀ ਕਹਤੇ ਆਈ। ਬਾ ਪਤਾ ਨਹੀਂ ਉਸ ਸਮੇਂ ਕਿੱਥੋਂ ਚਿੱਠੀ ਪਹੁੰਚੀ ਹੈ, ਪੱਤਰਕਾ ਗਈ। ਜਾਨ ਨ ਪਰੀ ਜੋ ਕਿਸੂ ਪਠਾਈ। ਇਹ ਕੋਈ ਪਤਾ ਨਹੀਂ ਲੱਗਿਆ ਕਿਹਨੇ ਭੇਜੀ, ਕਿੱਥੋਂ ਗਈ, ਕਿਵੇਂ ਆਈ। ਮਸਤਾਨਾ ਸਿੱਖ ਬੋਲਿਓ ਬੈਨਾ। ਇੰਨੇ ਨੂੰ ਇੱਕ ਮਸਤਾਨਾ ਸਿੱਖ ਵੀ ਉੱਚੀ ਉੱਚੀ ਰੌਲਾ ਪਾਉਣ ਲੱਗਿਆ। ਸਦ ਕਿਰਾੜ ਕਾ ਸਾਕ ਨ ਲੈਣਾ। ਵੀ ਉਹ ਕਰਾੜ ਕਰਿਆੜ ਭਾਵ ਕਿ ਖੱਤਰੀ ਦਾ ਸਾਗ ਨਹੀਂ ਲੈਣਾ ਹੈ। ਭਏ ਦੋਏ ਤੁਮ ਸਾਕ ਨਿਵਾਰੈ। ਇਸ ਤਰ੍ਹਾਂ ਵੀ ਉਹਨਾਂ ਦਾ ਸਾਕ ਨਿਵਾਰ ਦੀ ਦੋ ਹੀ ਗੱਲਾਂ ਹੋ ਗਈਆਂ। ਪੱਤਰਕਾ ਵੀ ਆ ਗਈ, ਉਹ ਸਿੱਖ ਵੀ ਉੱਚੀ ਉੱਚੀ ਬੋਲਣ ਲੱਗ ਗਿਆ। ਇਸ ਕਰਕੇ ਕਿ ਉਹਨਾਂ ਦਾ ਸਾਕ ਨਿਵਾਰ ਦਿਓ। ਕਹਿ ਚੁਬਾਰੇ ਟੱਕਰ ਮਾਰੈ। ਵੀ ਉਹ ਤਾਂ ਚਵਾਰੇ 'ਚ ਟੱਕਰ ਮਾਰੂਗਾ, ਚਵਾਰਾ ਬਣਿਆ ਫਿਰਦਾ ਹੈ। ਹੰਕਾਰੀ ਨਾਲ ਟੱਕਰ ਲਾਓ ਕਿਸੇ ਨਾਲ। ਵਿਪਰ ਬੈਣ ਸੁਨ ਮੁਖ ਹੁਨਸਾਇਓ। ਇਸ ਤਰ੍ਹਾਂ ਜਦੋਂ ਬ੍ਰਾਹਮਣਾਂ ਨੇ ਸਾਰੀ ਗੱਲ ਸੁਣਾ ਦਿੱਤੀ, ਲਾਗੀ ਨੇ ਜਾ ਕੇ, ਇਹ ਹੁਣ ਖਿਝ ਗਿਆ ਹੈ ਚੰਦੂ ਦੁਸ਼ਟ। ਪਾਤੀ ਦੈ ਤਬ ਦੂਤ ਪਠਾਇਓ। ਉਹਨੇ ਫਿਰ ਇੱਕ ਪੱਤਰਕਾ ਲਿਖੀ। ਪ੍ਰਥਮ ਅਧੀਨਗੀ ਬੈਨ ਲਿਖਾਏ। ਕੁਛ ਅਧੀਨਗੀ ਦੇ ਵੀ ਸ਼ਬਦ ਲਿਖੇ ਚੰਦੂ ਨੇ। ਸਤਿਗੁਰੂ ਮਹਾਰਾਜ ਵਾਲੇ ਇੱਕ ਚਿੱਠੀ ਲਿਖ ਕੇ ਭੇਜਦਾ ਹੈ। ਬੜੇ ਲੋਕ ਬੋ ਵਿਆਹ ਕਰਾਏ। ਕੀ ਆਖਿਆ ਕਿ ਅਸੀਂ ਵੱਡੇ ਲੋਕ ਹਾਂ, ਤੁਸੀਂ ਵੀ ਵੱਡੇ ਹੋ। ਬਹੁਤ ਵੱਡਿਆਂ ਦੇ ਵਿਆਹ ਹੁੰਦੇ ਨੇ। ਭਏ ਦੋਏ ਤੁਮ ਇਰਪੀ ਕੀਜੈ। ਪਰ ਇਉਂ ਹੈ ਤਾਂ ਕੀ ਹੋ ਗਿਆ ਜੇ ਉਸ ਸਮੇਂ ਤੁਹਾਡੇ ਪੁੱਤਰ ਨੂੰ ਸਾਹਿਬਜ਼ਾਦੇ ਨੂੰ ਦੋ ਸਗਾਈਆਂ ਲੱਗ ਗਈਆਂ। ਪਰ ਮੈਂ ਹੁਣ ਵੀ ਤੁਹਾਨੂੰ ਬੇਨਤੀ ਕਰਦਾ, ਇਹਨੇ ਚਿੱਠੀ ਭੇਜੀ ਲਿਖ ਕੇ ਚੰਦੂ ਨੇ, ਕਿ ਮੇਰੀ ਪੁੱਤਰੀ ਦਾ ਵੀ ਸਾਗ ਤੁਸੀਂ ਮਨਜ਼ੂਰ ਕਰ ਲਓ। ਓਮ ਗ੍ਰਾਮ ਕਛ ਹਮ ਤੇ ਲੀਜੈ। ਮੈਂ ਨਾਲੇ ਪੁੱਤਰੀ ਵੀ ਦਿਆਂਗਾ, ਫਿਰ ਨਾਲੇ ਮੈਂ ਕੁਝ ਨਗਰ ਵੀ ਭਾਵ ਕਿ ਧਰਤੀ ਵੀ ਆਪ ਜੀਆਂ ਨੂੰ ਦਿਆਂਗਾ। ਤੁਮ ਤੇ ਮੁੜਿਓ ਕੋ ਸਾਕ ਨ ਲੇਵੈ। ਕਿਉਂਕਿ ਹੁਣ ਤੁਹਾਡੇ ਕੋਲੋਂ ਮੁੜਿਆ ਆ ਮੇਰੀ ਧੀ ਦਾ ਸਾਕ, ਫਿਰ ਕਿਸੇ ਨੇ ਉਹਨੂੰ ਪ੍ਰਵਾਨ ਨਹੀਂ ਕਰਨਾ। ਇਹ ਕਾਰਜ ਹਮ ਅਰਜ ਕਰੇ ਮੈਂ। ਇਸ ਕਰਕੇ ਮਹਾਰਾਜ ਆਪ ਨੂੰ ਅਰਜ ਕਰਦੇ ਆ। ਇਹਨੇ ਇਹ ਗੱਲਾਂ ਲਿਖੀਆਂ। ਦੋਹਰਾ ਨਾ ਤਰ ਹਮੈ ਕੂਕਰ ਕਹਿਓ। ਇਸ ਤਰ੍ਹਾਂ ਕਹਿੰਦਾ ਵੀ ਨਾਲੇ ਫਿਰ ਮੈਨੂੰ ਕੂਕਰ ਵੀ ਕਿਹਾ ਆਪ ਜੀ ਦੇ ਸਿੱਖਾਂ ਨੇ। ਤੁਮਰੇ ਸਿੱਖ ਸੁਨਾਏ। ਸਿੱਖਾਂ ਨੇ ਉੱਚੀ ਉੱਚੀ ਬੋਲ ਬੋਲ ਕੇ, ਕੂਕਰ ਹੋਏ ਤੁਮ ਕੋ ਮਿਲੋ। ਅਗਰ ਜੇ ਤੁਸੀਂ ਹੁਣ ਮੇਰੀ ਪੁੱਤਰੀ ਦਾ ਰਿਸ਼ਤਾ ਨਾ ਮਨਜ਼ੂਰ ਕੀਤਾ ਤਾਂ ਮੈਂ ਵੀ ਫਿਰ ਕੁੱਤਾ ਹੋ ਕੇ ਹੀ ਮਿਲਾਂਗਾ। ਸਮਾਂ ਬੀਤੇ ਪਛਤਾਏ। ਇਹ ਸਮਾਂ ਬੀਤੇ ਦੇ ਫਿਰ ਤੁਹਾਨੂੰ ਪਛਤਾਉਣਾ ਪੈ ਜਾਣਾ ਹੈ। ਕਈ ਕਾਜ ਅਧੀਨ ਹਮ। ਭਾਵ ਕਿ ਹੁਣ ਅਸੀਂ ਅਧੀਨ ਹਾਂ, ਤੁਹਾਡੇ ਕਾਰਜ ਬਣਿਆ ਆਇਆ ਹੈ। ਪਾਤਸ਼ਾਹੀ ਦੀਵਾਨ। ਮੈਂ ਵੀ ਬਾਦਸ਼ਾਹ ਦਾ ਦੀਵਾਨ ਹਾਂ। ਮਾਨੋ ਤੋ ਸੁਖ ਪਾਏ ਹੋ। ਜੇ ਤੁਸੀਂ ਮੇਰੀ ਗੱਲ ਮੰਨ ਲਓ ਤਾਂ ਸਾਰੇ ਸੁਖ ਪਾਵੋਗੇ। ਨਹਿ ਤੋ ਮ੍ਰਿਤੂ ਪਛਾਣ। ਨਹੀਂ ਤਾਂ ਮੰਨ ਲਓ ਵੀ ਤੁਹਾਡੀ ਮੌਤ ਆ ਗਈ ਹੈ। ਇਹ ਗੱਲਾਂ ਇਹਨੇ ਦੁਸ਼ਟ ਨੇ ਲਿਖੀਆਂ। ਚੌਪਈ ਇਮ ਲਿਖ ਦੀਨੋ ਦੂਤ ਪਠਾਈ। ਇਉਂ ਲਿਖ ਕੇ ਪੱਤਰਕਾਰ ਸਤਿਗੁਰੂ ਮਹਾਰਾਜ ਵੱਲ ਕਈ ਕੁਝ ਮਿੱਠੀਆਂ ਗੱਲਾਂ, ਖੱਟੀਆਂ, ਕੁਝ ਹੰਕਾਰ ਦੀਆਂ ਗੱਲਾਂ ਲਿਖ ਕੇ ਭੇਜੀਆਂ। ਕੁਛ ਕ ਦਿਵਸ ਮੈਂ ਪਹੁੰਚਿਓ ਆਈ। ਕੁਝ ਦਿਨਾਂ ਦੇ ਅੰਦਰ ਅੰਦਰ ਪਹੁੰਚ ਜਾਂਦਾ ਹੈ ਇਸ ਦਾ ਭੇਜਿਆ ਦੂਤ। ਦੂਤ ਪੱਤਰਕਾ ਗੁਰ ਆਏ ਦੀਨੀ। ਦੂਤ ਨੇ ਆਗੇ ਪੱਤਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਦੇ ਦਿੱਤੀ। ਲਗੋ ਦੀਵਾਨ ਸਗਲ ਲਖ ਲੀਨੀ। ਸਾਰੇ ਦੀਵਾਨ ਲੱਗੇ ਹੋਏ ਚ ਮਹਾਰਾਜ ਨੇ ਜਾਣ ਲਿਆ ਹੈ। ਸ੍ਰੀ ਗੁਰੂ ਆਚੀ ਪ੍ਰਗਟ ਸੁਣਾਈ। ਸਤਿਗੁਰੂ ਮਹਾਰਾਜ ਪੱਤਰਕਾ ਲੈ ਕੇ ਪੜ੍ਹ ਕੇ ਸਾਰਿਆਂ ਨੂੰ ਸੁਣਾ ਦਿੰਦੇ ਨੇ। ਪਾਛੇ ਸ੍ਰੀ ਗੁਰ ਇਹੋ ਅਲਾਈ। ਮਹਾਰਾਜ ਨੇ ਪਿੱਛੋਂ ਫਿਰ ਬਚਨ ਕੀਤਾ ਹੈ। ਸੁਣੋ ਦੂਤ ਤੁਮ ਜਾਏ ਉਚਾਰੋ। ਆਖਿਆ ਦੂਤ ਜਾ ਕੇ ਸੁਣਾ ਦੇ ਚੰਦੂ ਨੂੰ ਸਾਡੇ ਵੱਲੋਂ। ਹਮ ਅਧੀਨ ਸਿੱਖਣ ਉਰ ਧਾਰੋ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਦੇ ਅਧੀਨ ਹਾਂ, ਸੰਗਤਾਂ ਦੇ ਅਧੀਨ ਹਾਂ। ਸਿੱਖ ਬਚਨ ਕੈ ਸਾਕ ਨ ਲੀਜੈ। ਮੇਰੇ ਸਿੱਖਾਂ ਨੇ ਬਚਨ ਕੀਤੇ ਨੇ, ਮੈਂ ਇਸ ਕਰਕੇ ਸਾਕ ਨਹੀਂ ਲੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਹੁਣ ਸੋਚ ਲੈਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਕਿੰਨਾ ਪਿਆਰ ਕਰਦੇ ਨੇ। ਆਪਾਂ ਵੀ ਕਰਦੇ ਹਾਂ? ਨਹੀਂ, ਆਪਾਂ ਬਹੁਤ ਦੂਰ ਹਾਂ। ਸਤਿਗੁਰੂ ਵੱਡੇ ਨੇ, ਸਮਰੱਥ ਨੇ, ਪਰ ਆਪਾਂ ਨੂੰ ਵੀ ਇੰਨਾ ਹੀ ਪਿਆਰ ਕਰਨਾ ਚਾਹੀਦਾ ਜਿੰਨਾ ਹੋ ਸਕੇ ਵੱਧ ਤੋਂ ਵੱਧ। ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖਾਂ ਦਾ ਬਚਨ ਨਹੀਂ ਮੋੜ ਸਕਦਾ, ਸੰਗਤਾਂ ਦਾ ਲਿਖਿਆ ਹੋਇਆ। ਇਸ ਤਰ੍ਹਾਂ ਮਹਾਰਾਜ ਕਹਿ ਰਹੇ ਨੇ ਦੂਤ ਨੂੰ ਜਿਹੜਾ ਚੰਦੂ ਦਾ ਭੇਜਿਆ ਹੋਇਆ ਹੈ। ਹੋਣੀ ਹੋਏ ਅਬੈ ਨਹੀਂ ਕੀਜੈ। ਮਹਾਰਾਜ ਕਹਿਣ ਲੱਗੇ ਵੀ ਹੁਣ ਨਹੀਂ
ਭਾਵੇਂ ਹੋਣੀ ਹੋਵੇ, ਕੁਝ ਵੀ ਹੋਵੇ, ਪਰ ਹੁਣ ਅਸੀਂ ਇਹ ਸਾਕ ਨਹੀਂ ਲਵਾਂਗੇ। ਚਲੈ ਸੁਮੇਰ ਸੋ ਧਰੂ ਚਲਾਵੈ। ਇਸ ਤਰ੍ਹਾਂ ਭਾਵੇਂ ਸਮੇਰ ਪਰਬਤ ਡੋਲ ਜਾਵੇ, ਧਰੂ ਤਾਰਾ ਟੁੱਟ ਜਾਵੇ, ਤਦ ਵੀ ਨਹੀਂ ਅਸੀਂ ਇਹ ਮਨਜ਼ੂਰ ਕਰਾਂਗੇ। ਗੁਰ ਸਿੱਖ ਬੈਨ ਕਬੀ ਨ ਹਟਾਵੈ। ਮੈਂ ਆਪਣੇ ਗੁਰਸਿੱਖਾਂ ਦੇ ਕਹੇ ਹੋਏ ਬਚਨ ਕਦੇ ਵੀ ਮੋੜਾਂਗਾ ਨਹੀਂ। ਨਗਰ ਭੂਮ ਨੈ ਚਾਹ ਹਮਾਰੀ। ਨਾਲੇ ਕੋਈ ਨਗਰਾਂ ਦੀ, ਕੋਈ ਭੂਮੀ ਦੀ ਸਾਨੂੰ ਕੋਈ ਇੱਛਾ ਨਹੀਂ ਹੈ। ਗਰਬੀ ਖਪੈ ਆਪ ਸ਼ਰਮ ਧਾਰੀ। ਕਿਉਂਕਿ ਜਿਹੜਾ ਹੰਕਾਰੀ ਹੈ ਆਪ ਹੀ ਖਪ ਜਾਣਾ ਹੈ ਉਹਨੇ। ਕੂਕਰ ਸਮ ਕੂਕਤ ਧਰਮਾਨਾ। ਹੰਕਾਰੀ ਹੈ ਜਿਹੜਾ ਆਪਣਾ ਸ਼ਰਮ ਦਾ ਮਾਰਿਆ ਮਰ ਜੂਗਾ। ਜੇ ਉਹ ਕੁੱਕਰ ਆਪਣੇ ਆਪ ਨੂੰ ਕੁੱਤਾ ਕਹਾਉਂਦਾ ਹੈ ਤਾਂ ਕੁੱਤਾ ਭੌਂਕਣ ਵਾਲਾ ਹੈ। ਖੇਦ ਪਾਏ ਹੱਥ ਹੈ ਤੈ ਪ੍ਰਾਨਾ। ਜਿਹੜਾ ਦੁਖੀ ਹੋ ਕੇ ਆਪੀ ਭੌਂਕ ਕੇ ਮਰ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਨੇ ਬਚਨ ਕੀਤੇ। ਦੋਹਰਾ ਐਸ ਬਚਨ ਸੁਨ ਗੁਰੂ ਕੇ। ਇਹ ਮਹਾਰਾਜ ਦੇ ਬਚਨ ਸੁਣ ਕੇ ਚੱਲਿਓ ਦੂਤ ਤਬ ਧਾਏ। ਦੂਤ ਵਾਪਸ ਮੁੜ ਜਾਂਦਾ ਹੈ। ਜਾਏ ਚੰਦੂ ਕੋ ਸਭ ਕਹੀ। ਜਾ ਕੇ ਚੰਦੂ ਨੂੰ ਸਾਰੀਆਂ ਗੱਲਾਂ ਇਹਦੇ ਭੇਜੇ ਦੂਤ ਨੇ ਜੋ ਚਿੱਠੀ ਲੈ ਕੇ ਆਇਆ ਸੁਣਾ ਦਿੱਤੀਆਂ। ਜੋ ਸਤਿਗੁਰਾਂ ਨੇ ਜਵਾਬ ਦਿੱਤਾ ਕਿ ਭਾਈ ਅਸੀਂ ਇਹ ਹੁਣ ਰਿਸ਼ਤਾ ਨਹੀਂ ਲੈ ਸਕਦੇ, ਸੰਗਤਾਂ ਨੇ ਕਹਿ ਦਿੱਤਾ ਠੀਕ ਹੈ। ਜੋ ਆਪਣੀ ਬੋਲੀ ਬੋਲਦਾ, ਹੰਕਾਰ ਦੇ ਵਿੱਚ ਬੋਲਦਾ, ਹੰਕਾਰ ਕਰਨ ਵਾਲੇ ਆਪ ਹੀ ਮਰ ਜਾਂਦੇ ਨੇ। ਇਉਂ ਮਹਾਰਾਜ ਦੀਆਂ ਗੱਲਾਂ ਕਹੀਆਂ ਸਾਰੀਆਂ ਸੁਣਾ ਦਿੱਤੀਆਂ। ਸ੍ਰੀ ਗੁਰੂ ਨਹੀਂ ਕਰਾਏ। ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਨਹੀਂ ਮਨਜ਼ੂਰ ਕਰਦੇ। ਆਓ ਇਉਂ ਦੂਤ ਨੇ ਫਿਰ ਜੋ ਚੰਦੂ ਨੂੰ ਕਿਹਾ, ਅਗਲੀਆਂ ਜੋ ਵਿਚਾਰਾਂ ਨੇ ਕੱਲ੍ਹ ਨੂੰ ਸਰਵਣ ਕਰਨੀਆਂ। ਸਮੇਂ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਮਾਫ ਕਰਨੀਆਂ ਜੀ। ਫਤਿਹ ਪ੍ਰਵਾਨ ਕਰਨੀ ਜੀਓ। ਐਸ ਬਚਨ ਸੁਨ ਗੁਰੂ ਕੇ। ਚੱਲਿਓ ਦੂਤ ਤਬ ਧਾਏ। ਜਾਏ ਚੰਦੂ ਕੋ ਸਭ ਕਹੀ। ਸ੍ਰੀ ਗੁਰੂ ਨਹੀਂ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।